ਸ਼੍ਰੀ ਅਕਾਲ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਕਿਸਾਨਾਂ ਦੀ ਤਾਕਤ ਦਾ ਗਲਤ ਅੰਦਾਜ਼ਾ ਲਗਾ ਕੇ ਬੁਰੀ ਫਸੀ ਮੋਦੀ ਸਰਕਾਰ। ਕਿਸਾਨਾਂ ਦਾ ਦਿੱਲੀ ਨੂੰ ਚਾਰੇ ਪਾਸਿਓਂ ਘੇਰਾ ਜਾਰੀ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਵਿਚਾਲੇ ਹੋਈ ਸਵਾ ਘੰਟਾ ਮੀਟਿੰਗ। ਕਿਸਾਨਾਂ ਨੇ ਠੁਕਰਾਇਆ ਕੇਂਦਰ ਸਰਕਾਰ ਦਾ ਇੱਕ ਹੋਰ ਸੱਦਾ। ਕਿਸਾਨ ਆਗੂ ਬੁਰਜ ਗਿੱਲ ਨੇ ਕੀਤਾ ਅਮਿਤ ਸ਼ਾਹ ਵੱਲੋਂ ਬਿਨਾਂ ਸ਼ਰਤ ਗੱਲਬਾਤ ਲਈ ਸੱਦਾ ਮਿਲਣ ਦਾ ਦਾਅਵਾ। ਕਿਸਾਨ ਜਥੇਬੰਦੀਆਂ ਨੇ ਕਿਹਾ ਲਿਖਤੀ ਸੱਦਾ ਮਿਲਣ ਤੋਂ ਬਾਅਦ ਹੀ ਹੋਵੇਗੀ ਗੱਲਬਾਤ। ਕਿਸਾਨਾਂ ਨੂੰ ਮਿਲਿਆ ਹਰਿਆਣਾ ਦੀਆਂ ਖਾਪ ਪੰਚਾਇਤਾਂ ਦਾ ਸਾਥ। 30 ਖਾਪ ਪੰਚਾਇਤਾਂ ਨੇ 2 ਦਿਨਾਂ 'ਚ 2 ਲੱਖ ਲੋਕ ਦਿੱਲੀ ਸਰਹੱਦ ਤੇ ਇਕੱਠੇ ਕਰਨ ਦਾ ਦਿੱਤਾ ਭਰੋਸਾ। ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਦਾਅਵਿਆਂ ਦੀ ਨਿਕਲੀ ਫੂਕ। ਕੰਗਣਾ ਰਣੌਤ ਨੂੰ ਫਿਰ ਮਹਿੰਗੀ ਪਈ ਕਿਸਾਨਾਂ ਵਿਰੁੱਧ ਬਿਆਨਬਾਜ਼ੀ। ਸਿੰਘੂ ਸਰਹੱਦ ਤੇ ਕਿਸਾਨਾਂ ਨੇ ਫੂਕਿਆ ਕੰਗਣਾ ਦਾ ਪੁਤਲਾ। ਪੰਜਾਬੀ ਗਾਇਕ ਕਮਰ ਗਰੇਵਾਲ ਨੇ ਵੀ ਦਿੱਤੀ ਕੰਗਣਾ ਨੂੰ ਨਸੀਹਤ। ਅਤੇ ਬੜੀ ਹੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 551ਵਾਂ ਪ੍ਰਕਾਸ਼ ਪੁਰਬ। ਕੈਪਟਨ ਅਮਰਿੰਦਰ ਸਿੰਘ ਗੁਰਦੁਆਰਾ ਬੇੜ ਸਾਹਿਬ ਵਿਖੇ ਹੋਏ ਨਤਮਸਤਕ। ਸ਼੍ਰੀ ਹਰਮੰਦਰ ਸਾਹਿਬ ਵਿਖੇ ਸਜਾਏ ਗਏ ਪਵਿੱਤਰ ਜਲੌ। ਤੇ ਹੁਣ ਖਬਰਾਂ ਦਾ ਵਿਸਥਾਰ। ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਘਰ ਚੱਲ ਰਹੀ ਬੈਠਕ ਖਤਮ ਹੋ ਗਈ ਹੈ। ਅਮਿਤ ਸ਼ਾਹ ਦੇ ਘਰ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਪਹੁੰਚੇ ਸੀ। ਦੋਨਾਂ ਮੰਤਰੀਆਂ ਵਿਚਾਲੇ ਕਰੀਬ ਸਵਾ ਘੰਟਾ ਮੀਟਿੰਗ ਚੱਲੀ। ਉਧਰ ਸਿੰਘੂ ਬਾਰਡਰ ਤੇ ਕਿਸਾਨਾਂ ਨੇ ਵੀ ਮੀਟਿੰਗ ਜਾਰੀ ਰੱਖੀ ਹੋਈ ਸੀ। ਮੀਟਿੰਗ ਵਿੱਚ ਕਿਸਾਨਾਂ ਨੇ ਅਗਲੀ ਰਣਨੀਤੀ ਤੇ ਵਿਚਾਰ ਕੀਤਾ ਹੈ। ਹੁਣ ਕਿਸਾਨਾਂ ਨੇ ਕੇਂਦਰ ਸਰਕਾਰ ਦੇ ਅਗਲੇ ਪ੍ਰਸਤਾਵ ਦੀ ਵੀ ਉਡੀਕ ਹੈ। ਉਮੀਦ ਜਤਾਈ ਜਾ ਰਹੀ ਹੈ ਕਿ ਕੇਂਦਰ ਸਰਕਾਰ ਕਿਸਾਨਾਂ ਨੂੰ ਬਿਨਾਂ ਸ਼ਰਤ ਗੱਲਬਾਤ ਦਾ ਸੱਦਾ ਦੇ ਸਕਦੀ ਹੈ। ਦੱਸਦੀ ਕਿ ਇਸ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਕਿਸਾਨਾਂ ਨਾਲ ਇਹ ਸ਼ਰਤ ਰੱਖ ਕੇ ਮੀਟਿੰਗ ਲਈ ਸੱਦਾ ਦਿੱਤਾ ਸੀ ਕਿ ਕਿਸਾਨ ਸੜਕਾਂ ਤੇ ਅੰਦੋਲਨ ਕਰਨ ਦੀ ਬਜਾਏ ਨਿਰੰਕਾਰੀ ਮੈਦਾਨ ਵਿੱਚ ਬੈਠ ਕੇ ਅੰਦੋਲਨ ਕਰਨ, ਪਰ ਕਿਸਾਨਾਂ ਨੇ ਕੇਂਦਰ ਸਰਕਾਰ ਦੇ ਸੱਦੇ ਨੂੰ ਠੁਕਰਾ ਦਿੱਤਾ ਸੀ। ਕਿਸਾਨ ਹੁਣ ਲਗਾਤਾਰ ਦਿੱਲੀ ਦੀਆਂ ਸੜਕਾਂ ਤੇ ਡਟੇ ਹੋਏ ਨੇ ਅਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਲਗਾਤਾਰ ਵਿਰੋਧ ਪ੍ਰਦਰਸ਼ਨ ਕਰ ਰਹੇ ਨੇ। ਇਸ ਤੋਂ ਪਹਿਲਾਂ ਕੇਂਦਰ ਵੱਲੋਂ ਮਿਲੇ ਗੱਲਬਾਤ ਦੇ ਸੱਦੇ ਨੂੰ ਪੰਜਾਬ ਦੀਆਂ ਸੰਘਰਸ਼ਸ਼ੀਲ ਜਥੇਬੰਦੀਆਂ ਨੇ ਸਰਬਸੰਮਤੀ ਨਾਲ ਰੱਦ ਕਰ ਦਿੱਤਾ ਸੀ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਕੇਂਦਰ ਉੱਤੇ ਭਰੋਸਾ ਨਹੀਂ ਹੈ ਅਤੇ ਹੁਣ ਲਿਖਤੀ ਸੱਦਾ ਮਿਲਣ ਉੱਤੇ ਹੀ ਸਰਕਾਰ ਨਾਲ ਬੈਠਕ ਕਰਨ ਉੱਤੇ ਵਿਚਾਰ ਕੀਤੀ ਜਾਵੇਗੀ। ਕਿਸਾਨ ਆਗੂਆਂ ਮੁਤਾਬਕ ਇਹ ਆਰ-ਪਾਰ ਦੀ ਜੰਗ ਹੈ ਅਤੇ ਇਸ ਵਿੱਚ ਜਿੱਤ ਹਾਸਲ ਕਰਕੇ ਅਤੇ ਖੇਤੀ ਕਾਨੂੰਨ ਵਾਪਸ ਕਰਵਾ ਕੇ ਹੀ ਉਹ ਘਰਾਂ ਨੂੰ ਪਰਤਣਗੇ। ਦੱਸਦੀ ਕਿ ਕਿਸਾਨ ਆਗੂ ਬੁਰਜ ਗਿੱਲ ਨੇ ਦਾਅਵਾ ਕੀਤਾ ਸੀ ਕਿ ਅਮਿਤ ਸ਼ਾਹ ਨੇ ਕਿਸਾਨਾਂ ਨੂੰ ਬਿਨਾਂ ਸ਼ਰਤ ਗੱਲਬਾਤ ਦਾ ਸੱਦਾ ਭੇਜਿਆ। ਦਿੱਲੀ ਦੇ ਬਾਹਰਵਾਰ ਸਿੰਘੂ ਸਰਹੱਦ ਉੱਤੇ ਪਿਛਲੇ 4 ਦਿਨਾਂ ਤੋਂ ਡਟੇ ਹੋਏ ਕਿਸਾਨਾਂ ਨੇ ਕੇਂਦਰ ਵੱਲੋਂ ਸ਼ਰਤਾਂ ਸਹਿਤ ਗੱਲਬਾਤ ਕਰਨ ਦੇ ਦਿੱਤੇ ਸੱਦੇ ਨੂੰ ਸਰਬਸੰਮਤੀ ਨਾਲ ਰੱਦ ਕਰ ਦਿੱਤਾ ਹੈ। ਕਿਸਾਨ ਯੂਨੀਅਨਾਂ ਨੇ ਬੁਰਾੜੀ ਮੈਦਾਨ ਨੂੰ ਖੁੱਲੀ ਜੇਲ੍ਹ ਗਰਦਾਨਦਿਆਂ ਦਿੱਲੀ ਨੂੰ ਜੋੜਨ ਵਾਲੇ 5 ਮੁੱਖ ਮਾਰਗਾਂ ਨੂੰ ਬੰਦ ਕਰਨ ਦਾ ਵੀ ਐਲਾਨ ਕੀਤਾ ਹੈ। ਕੇਂਦਰ ਸਰਕਾਰ ਵੱਲੋਂ ਅੰਦੋਲਨਕਾਰੀ ਕਿਸਾਨ ਜਥੇਬੰਦੀਆਂ ਨੂੰ ਬੁਰਾੜੀ ਮੈਦਾਨ ਵਿੱਚ ਧਰਨਾ ਤਬਦੀਲ ਕਰਨ ਦੀ ਸ਼ਰਤ ਨਾਲ ਮੁੜ ਗੱਲਬਾਤ ਦਾ ਸੱਦਾ ਦਿੱਤਾ ਗਿਆ ਸੀ। ਕਿਹਾ ਗਿਆ ਸੀ ਕਿ ਕੇਂਦਰੀ ਮੰਤਰੀਆਂ ਦੀ ਉੱਚ ਪੱਧਰੀ ਟੀਮ ਵਿਗਿਆਨ ਭਵਨ ਵਿੱਚ ਵਾਰਤਾ ਲਈ ਤਿਆਰ ਹੈ। ਨਾਲ ਇਹ ਵੀ ਕਿਹਾ ਗਿਆ ਸੀ ਕਿ ਦਿੱਲੀ ਅੰਦਰ ਕਰੋਨਾ ਵਾਇਰਸ ਅਤੇ ਠੰਡ ਦੇ ਪ੍ਰਕੋਪ ਕਾਰਨ ਕਿਸਾਨ ਬੁਰਾੜੀ ਮੈਦਾਨ ਵਿੱਚ ਚਲੇ ਜਾਣ, ਜਿੱਥੇ ਉਹਨਾਂ ਲਈ ਢੁਕਵੀਆਂ ਸਹੂਲਤਾਂ ਨੇ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਕਿਸਾਨਾਂ ਨੂੰ ਬੁਰਾੜੀ ਮੈਦਾਨ 'ਚ ਜਾਣ ਉੱਤੇ ਹੀ ਫੌਰੀ ਗੱਲਬਾਤ ਦੀ ਪੇਸ਼ਕਸ਼ ਕੀਤੀ ਸੀ, ਜੋ ਕਿ ਕਿਸਾਨਾਂ ਨੇ ਠੁਕਰਾ ਦਿੱਤੀ ਹੈ। ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰੈਸ ਸਕੱਤਰ ਬਲਕਰਨ ਸਿੰਘ ਬੱਲੀ ਮੁਤਾਬਕ ਕਿਸਾਨ ਕੇਂਦਰ ਸਰਕਾਰ ਵੱਲੋਂ ਲਿਖਤੀ ਸੱਦਾ ਮਿਲਣ ਉੱਤੇ ਹੀ ਜਾਣ ਜਾਂ ਨਾ ਜਾਣ ਬਾਰੇ ਵਿਚਾਰ ਕਰਨਗੇ। ਕੇਂਦਰ ਸਰਕਾਰ ਦਾ ਇਹ ਨਾਲ ਕੀ ਗੱਲਬਾਤ ਹੋਈ ਆ ਤੇ ਉਹਨਾਂ ਨਾਲ ਪੰਜਾਬ ਦੇ ਜਿਹੜੇ ਸੂਬਾ ਪ੍ਰਧਾਨ ਨੇ ਬੂਟਾ ਸਿੰਘ ਬੁਰਜ ਗਿੱਲ, ਉਹਨਾਂ ਨਾਲ ਅਮਿਤ ਸ਼ਾਹ ਦੀ ਗੱਲਬਾਤ ਹੋਈ ਆ। ਕੀ ਗੱਲਬਾਤ ਹੋਈ ਆ? ਉਹਨਾਂ ਦਾ ਜਿਹੜਾ ਫੋਨ ਤੇ ਮੈਸੇਜ ਆਇਆ ਸੀਗਾ ਵੀ ਤੁਸੀਂ ਸਾਡੇ ਕੋਲੇ ਆਓ, ਅਸੀਂ ਤੁਹਾਡੇ ਨਾਲ ਗੱਲਬਾਤ ਕਰਨੀ ਆ। ਪਰ ਉਸ ਗੱਲਬਾਤ ਨੂੰ ਜਿਹੜਾ ਮੀਟਿੰਗ ਦੇ ਵਿੱਚ ਵਿਚਾਰਿਆ ਗਿਆ, ਮੀਟਿੰਗ ਦੇ ਵਿੱਚ ਵਿਚਾਰਨ ਤੋਂ ਬਾਅਦ ਇਹ ਤੈਅ ਹੋਇਆ ਵੀ ਜਿਹੜੀ ਜਵਾਨੀ ਤੌਰ ਤੇ ਕੋਈ ਵੀ ਸੁਨੇਹਾ ਆਉਂਦਾ ਉਹਦੇ ਤੇ ਜਥੇਬੰਦੀਆਂ ਨਹੀਂ ਜਾਣਗੀਆਂ। ਜੇ ਸਰਕਾਰ ਸਾਨੂੰ ਕੋਈ ਬਿਨਾਂ ਸ਼ਰਤ ਲਿਖਤੀ ਸੱਦਾ ਭੇਜਦੀ ਹੈ ਤਾਂ ਉਹਦੇ ਤੇ ਜਥੇਬੰਦੀਆਂ ਵਿਚਾਰਨਗੀਆਂ ਵੀ ਮੀਟਿੰਗ ਦੇ ਵਿੱਚ ਆਉਣਾ ਜਾਂ ਨਹੀਂ ਆਉਣਾ। ਕਿਉਂਕਿ ਕੱਲ੍ਹ ਵੀ ਇਹਨਾਂ ਨੇ ਇੱਕ ਸ਼ਰਤਾਂ ਸਹਿਤ ਜਿਹੜੀ ਚਿੱਠੀ ਸੀ ਉਹ ਕਿਸਾਨ ਜਥੇਬੰਦੀਆਂ ਨੂੰ ਕੱਢੀ ਸੀ। ਉਹਦੇ ਵਿੱਚ ਕਿਹਾ ਗਿਆ ਸੀ ਵੀ ਤੁਸੀਂ ਜਿਹੜਾ ਦਿੱਲੀ ਦਾ ਘਰਾਓ ਕੀਤਾ ਹੋਇਆ ਉਹ ਘਰਾਓ ਛੱਡ ਕੇ ਜਿੱਥੇ ਦਿੱਲੀ ਪੁਲਿਸ ਕਹਿ ਰਹੀ ਹੈ ਉੱਥੇ ਬੈਠ ਜਾਓ। ਉਸ ਤੋਂ ਬਾਅਦ ਅਸੀਂ ਤੁਹਾਡੇ ਨਾਲ ਮੀਟਿੰਗ ਕਰਨ ਲਈ 1 ਤਰੀਕ ਨੂੰ ਤਿਆਰ ਹਾਂ। ਪਰ ਕਿਸਾਨ ਜਥੇਬੰਦੀਆਂ ਨੇ ਉਹ ਜਿਹੜੀ ਸ਼ਰਤਾਂ ਵਾਲੀ ਚਿੱਠੀ ਸੀ ਉਹ ਚਿੱਠੀ ਨੂੰ ਰੱਦ ਕਰਕੇ ਕਿਹਾ ਵੀ ਸਰਕਾਰ ਦੀ ਕਿਸਾਨ ਹੈ ਜਿਹੜੀ ਹੁਣ ਕੋਈ ਵੀ ਸ਼ਰਤ ਨਹੀਂ ਮੰਨਣਗੇ। ਜੇ ਕੋਈ ਮਤਲਬ ਸਰਕਾਰ ਨੇ ਮੀਟਿੰਗ ਕਰਨੀ ਹੈ ਤਾਂ ਉਹ ਸਾਨੂੰ ਬਿਨਾਂ ਸ਼ਰਤ ਕੋਈ ਲਿਖਤੀ ਸੱਦਾ ਦੇਵੇ, ਫਿਰ ਹੀ ਅਸੀਂ ਉਸ ਤੇ ਵਿਚਾਰ ਕਰਾਂਗੇ ਤੇ ਮੀਟਿੰਗ ਦੇ ਵਿੱਚ ਆਵਾਂਗੇ। ਦੱਸ ਦਈਏ ਕਿ ਦੇਸ਼ ਦੇ ਕਿਸਾਨ ਪੰਜਾਬ ਦੇ ਕਿਸਾਨਾਂ ਵੱਲ ਦੇਖ ਰਹੇ ਨੇ ਤਾਂ ਜੋ ਉਹਨਾਂ ਨੂੰ ਕੇਂਦਰ ਦੇ ਕਾਲੇ ਕਾਨੂੰਨਾਂ ਖਿਲਾਫ ਇਨਸਾਫ ਮਿਲ ਸਕੇ।
ਦਿੱਲੀ ਨੂੰ ਚਾਰੇ ਪਾਸਿਓਂ ਘੇਰ ਬੈਠੇ ਕਿਸਾਨਾਂ ਦਾ ਇਕੱਠ ਲਗਾਤਾਰ ਵਧਦਾ ਜਾ ਰਿਹਾ ਹੈ ਅਤੇ ਹੁਣ ਉਹ ਖੇਤੀ ਕਾਨੂੰਨਾਂ ਨੂੰ ਰੱਦ ਕਰਵਾ ਕੇ ਹੀ ਵਾਪਸ ਜਾਣ ਦੇ ਮੂਡ ਵਿੱਚ ਨੇ। ਦਿੱਲੀ ਦੇ ਸਿੰਘੂ ਅਤੇ ਹੋਰ ਬਾਰਡਰਾਂ ਤੇ ਕਿਸਾਨਾਂ ਦਾ ਧਰਨਾ ਲਗਾਤਾਰ ਜਾਰੀ ਹੈ। ਹਰ ਦਿਨ ਬੀਤਣ ਦੇ ਨਾਲ ਹੀ ਕਿਸਾਨਾਂ ਦੀ ਗਿਣਤੀ ਵੱਧ ਰਹੀ ਹੈ। ਕਿਸਾਨਾਂ ਦੇ ਨਾਲ ਹੀ ਬੀਬੀਆਂ ਵੀ ਵੱਡੀ ਗਿਣਤੀ 'ਚ ਇੱਥੇ ਪਹੁੰਚੀਆਂ ਹੋਈਆਂ ਨੇ। ਇਸ ਦੌਰਾਨ ਲੰਗਰ ਵੀ ਲਗਾਤਾਰ ਚੱਲ ਰਹੇ ਨੇ। ਕਿਸਾਨਾਂ ਦਾ ਕਹਿਣਾ ਹੈ ਕਿ ਹੁਣ ਸਰਕਾਰ ਨਾਲ ਗੱਲਬਾਤ ਕਿਸੇ ਬੰਦ ਕਮਰੇ ਵਿੱਚ ਨਹੀਂ, ਸਗੋਂ ਸੜਕਾਂ ਉੱਤੇ ਸਾਰਿਆਂ ਦੇ ਸਾਹਮਣੇ ਹੋਵੇਗੀ। ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ 3 ਖੇਤੀ ਕਾਨੂੰਨਾਂ ਵਿਰੁੱਧ ਪੰਜਾਬ ਦੇ ਕਿਸਾਨਾਂ ਦਾ ਰੋਸ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਕਿਸਾਨ ਕੇਂਦਰ ਵੱਲੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਲਗਾਤਾਰ ਪ੍ਰਦਰਸ਼ਨ ਕਰ ਰਹੇ ਨੇ। ਕਿਸਾਨਾਂ ਨੇ ਰਾਜਧਾਨੀ ਦਿੱਲੀ ਨੂੰ ਘੇਰਿਆ ਹੋਇਆ ਹੈ। ਕਿਸਾਨ ਦਿੱਲੀ ਦੇ ਸਾਰੇ ਬਾਰਡਰਾਂ ਤੇ ਡੇਰਾ ਲਾ ਕੇ ਬੈਠ ਗਏ ਨੇ। ਕਿਸਾਨਾਂ ਦੀ ਮੰਗ ਹੈ ਕਿ ਸਰਕਾਰ ਖੇਤੀ ਕਾਨੂੰਨਾਂ ਨੂੰ ਰੱਦ ਕਰੇ। ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਪ੍ਰਸਤਾਵ ਦਿੱਤਾ ਸੀ ਕਿ ਕਿਸਾਨ ਨਿਰੰਕਾਰੀ ਗਰਾਊਂਡ ਵਿੱਚ ਬੈਠ ਜਾਣ, ਫਿਰ ਉਹਨਾਂ ਨਾਲ ਗੱਲਬਾਤ ਕੀਤੀ ਜਾਵੇਗੀ, ਪਰ ਕਿਸਾਨਾਂ ਨੇ ਸਰਕਾਰ ਦਾ ਇਹ ਪ੍ਰਸਤਾਵ ਠੁਕਰਾ ਦਿੱਤਾ ਹੈ। ਕਿਸਾਨ ਦਿੱਲੀ ਦੇ ਸਾਰੇ ਬਾਰਡਰ ਬੰਦ ਕਰਕੇ ਕੇਂਦਰ ਸਰਕਾਰ ਉੱਤੇ ਹੋਰ ਦਬਾਅ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਕੇਂਦਰ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ, ਕਾਲੇ ਕਾਨੂੰਨਾਂ ਨੂੰ ਵਾਪਸ ਨਹੀਂ ਲੈਂਦੀ, MSP ਬਾਰੇ ਕੁਝ ਸਪਸ਼ਟ ਨਹੀਂ ਕਰਦੀ, ਉਦੋਂ ਤੱਕ ਇਹ ਅੰਦੋਲਨ ਇਸੇ ਤਰ੍ਹਾਂ ਜਾਰੀ ਰਹੇਗਾ। ਸਰਕਾਰ ਮੰਨਣ ਨੂੰ ਨਹੀਂ ਤਿਆਰ ਹੋਈ, ਪਰ ਉੱਦਾਂ ਸਰਕਾਰ ਨੂੰ ਹੱਥਾਂ ਪੈਰਾਂ ਦੀਆਂ ਪੈ ਗਈਆਂ ਆ। ਸਰਕਾਰ ਚਾਹੁੰਦੀ ਆ ਕਿ ਇੱਥੋਂ ਹਜੂਮ ਚੱਕ ਕੇ ਅਸੀਂ ਦਿੱਲੀ ਗਰਾਊਂਡਾਂ 'ਚ ਜੇਲ੍ਹਾਂ ਜਿਹੜੀਆਂ ਬਣਾਈਆਂ ਆ ਉੱਥੇ ਲੈ ਜਾਈਏ, ਤਾਂ ਪਰ ਸਾਡੇ ਕਿਸਾਨਾਂ ਦੀ ਹੁਣ ਇਹੀ ਮੰਗ ਵਾ, ਸਾਰੀਆਂ ਯੂਨੀਅਨਾਂ ਦੀ ਵੀ ਇਹੀ ਮੰਗ ਹੈ ਕਿ ਅਸੀਂ ਜਿੰਨਾ ਚਿਰ ਇਹ ਤਿੰਨੇ ਕਾਲੇ ਕਾਨੂੰਨ ਵਾਪਸ ਨਹੀਂ ਹੁੰਦੇ, ਉਨਾ ਚਿਰ ਅਸੀਂ ਇੱਥੇ ਹੀ ਮੋਰਚੇ ਲਾ ਕੇ ਬੈਠਾਂਗੇ। ਇਸ ਟਾਈਮ ਅਸੀਂ ਸਿੰਘੂ ਬਾਰਡਰ 'ਤੇ ਆ, ਕਿਉਂਕਿ ਜਦੋਂ ਅਸੀਂ ਪਿੱਛੋਂ ਪੰਜਾਬ ਤੋਂ ਤੁਰੇ ਆ, ਇਹ ਵੀ ਬਹੁਤ ਹਰਿਆਣਾ ਸਰਕਾਰ ਨੇ ਸਾਡੇ ਨਾਲ ਵਧੀਕੀਆਂ ਕੀਤੀਆਂ। ਥਾਂ ਥਾਂ 'ਤੇ ਹਰ 25-30 ਕਿਲੋਮੀਟਰ ਵਾਰ 'ਤੇ ਸਾਡੇ ਹੀ ਪਰਿਵਾਰਾਂ ਦੇ ਜਿਹੜੇ ਡਰਾਈਵਰ ਬੰਦੇ ਆ, ਜਿਹੜੇ ਇੱਥੇ ਟਰੱਕ ਟਰਾਲੇ ਚਲਾਉਂਦੇ ਆ, ਉਹਨਾਂ ਦੀਆਂ ਚਾਬੀਆਂ ਕੱਢ ਕੇ ਰੋਡਾਂ ਦੇ ਟਰੱਕ ਲਵਾਏ ਕਿ ਕਿਸੇ ਤਰੀਕੇ ਇਸ ਜਿਹੜੀ ਐਜੀਟੇਸ਼ਨ ਵਾ ਇਹਨੂੰ ਹਿੰਸਾ ਦਾ ਰੂਪ ਦੇ ਦਈਏ, ਤਾਂ ਜਿਹੜੇ ਪੰਜਾਬ ਦੇ ਕਿਸਾਨਾਂ ਦੇ ਉੱਤੇ ਕੋਈ ਅਸੀਂ ਤੁਹਮਤ ਲਾ ਦਈਏ। ਪਰ ਸਾਡੇ ਫਿਰ ਵੀ ਪਰਮਾਤਮਾ ਨੇ ਸਾਡੇ ਤੇ, ਵਾਹਿਗੁਰੂ ਨੇ ਏਡੀ ਕਿਰਪਾ ਕੀਤੀ ਕਿ ਅਸੀਂ ਇਹਨਾਂ ਦੇ ਸਾਰੇ ਬਾਰਡਰਾਂ ਨੂੰ ਪਾੜਦੇ ਹੋਏ ਇੱਥੇ ਪਹੁੰਚੇ ਹਾਂ। ਇਸ ਟਾਈਮ ਸਿੰਘੂ ਬਾਰਡਰ ਤੇ ਇਹ ਜਿਹੜਾ ਹਜੂਮ ਹੈ ਦਿਨ ਪਰ ਦਿਨ ਵਧਣਾ ਚਾਹੀਦਾ, ਘਟਣਾ ਨਹੀਂ ਚਾਹੀਦਾ। ਮੋਦੀ ਨੂੰ ਕੱਲ ਲੱਗਦਾ ਸੀਗਾ ਕਿ ਅੱਜ ਜ਼ਿਆਦਾ ਆ, ਕੱਲ ਘਟ ਜਾਣਗੇ। ਜੇ ਉਹਨਾਂ ਦਾ ਮੀਡੀਆ ਤੇ ਲਾਉਂਦਾ ਨਹੀਂ ਖਬਰ, ਤੁਹਾਡੇ ਮਾਧਿਅਮ ਰਾਹੀਂ ਉਹਨਾਂ ਨੂੰ ਦੱਸਣਾ ਚਾਹੁੰਦੇ ਕਿ ਅੱਜ ਆ ਕੇ ਵੇਖੋ, ਕੱਲ ਨਾਲੋਂ ਡਬਲ ਹੋ ਗਿਆ। ਸੰਗਤਾਂ ਦੇ ਵਿੱਚ ਇੰਨਾ ਕੁ ਉਤਸ਼ਾਹ ਹੈ ਨਾ, ਤੁਸੀਂ ਅੱਜ ਤੋਂ 70 ਸਾਲ ਨਹੀਂ 100 ਸਾਲ ਪਿੱਛੇ ਚੱਲ ਜਾਓ, ਇਦਾਂ ਦਾ ਅੰਦੋਲਨ ਨਾ ਹੋਇਆ ਤੇ ਨਾ ਮੈਨੂੰ ਲੱਗਦਾ ਕਦੀ ਹੋਣਾ ਹੈ। ਸਭ ਤੋਂ ਵੱਡਾ ਅੰਦੋਲਨ ਹੈ, ਦੁਨੀਆ ਘਰਾਂ 'ਚ ਨਿਕਲ ਕੇ ਸੜਕਾਂ ਤੇ ਆ ਗਈ ਹੈ ਤੇ ਲਗਾਤਾਰ ਚੱਲਦਾ ਰਹੂਗਾ। ਮੈਂ ਨੌਜਵਾਨ ਵੀਰਾਂ ਨੂੰ ਅਪੀਲ ਕਰਦਾ, ਜਿਹੜੇ ਸਾਡੇ ਇੱਥੇ ਪਿੰਡਾਂ 'ਚ ਬੈਠੇ ਆ, ਇਹ ਵੱਧ ਤੋਂ ਵੱਧ ਤੁਸੀਂ ਪਹੁੰਚਣ ਦੀ ਕੋਸ਼ਿਸ਼ ਕਰੋ। ਤੇ ਬਾਕੀ ਜੋ ਸਰਕਾਰਾਂ ਦੀ ਚਾਲਾਂ ਕਰਦੀ ਹੈ ਜੀ, ਬਈ ਹੱਥ ਕੱਢੇ ਵਰਤਦੀ ਹੈ, ਸੰਘਰਸ਼ ਫੇਰ ਹੋ ਜਾਵੇ। ਮੇਰੇ ਭਰਾਵਾਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ, ਮੈਂ ਪਰ ਸ਼ਾਂਤਮਈ ਸੰਘਰਸ਼ ਕਰਨਾ ਤੇ ਡਟ ਕੇ ਬੈਠੇ ਰਹੋ ਜਿੱਥੇ ਬੈਠੇ ਆ ਜੀ। ਜ਼ਿਮੀਂਦਾਰਾਂ ਦਾ ਆਪਣੇ ਜਿਸ ਤਰ੍ਹਾਂ ਇਧਰ ਧਰਨੇ ਲਾ ਕੇ ਬੈਠੇ ਆ, ਇਹਨਾਂ ਨੂੰ ਉਠਾ ਕੇ ਜੇਲ੍ਹ ਦਾ ਰੂਪ ਦੇ ਕੇ ਅੰਦਰ ਬੰਦ ਕਰਕੇ ਆਪਣੀਆਂ ਮਨਮਰਜ਼ੀ ਜਿਵੇਂ ਪਹਿਲਾਂ ਕਰਦੇ ਉਸ ਤਰ੍ਹਾਂ ਕਰ ਰਹੇ ਨੇ। ਜਿਹੜਾ ਨਰਿੰਦਰ ਤੋਮਰ ਖੇਤੀਬਾੜੀ ਮੰਤਰੀ ਆ, ਉਹ ਵਾਰ-ਵਾਰ ਕਹਿ ਰਿਹਾ ਹੈਗਾ ਵੀ ਮਾਰਾ ਮੋਦੀ ਮਾਈ ਬਾਨੇਗਾ ਤਾਂ ਮੈਂ ਬਾਤ ਕਰੂੰਗਾ, ਤੇ ਬਾਤ ਕਿਹਦੇ ਨਾਲ ਕਰਨੀ ਹੈ? ਅਮਿਤ ਸ਼ਾਹ ਤੇ ਮੋਦੀ ਜੀ ਦੇ ਸਿੱਧੇ ਡਾਇਰੈਕਟ ਕਿਸਾਨ ਯੂਨੀਅਨ ਦੇ ਆਗੂਆਂ ਨਾਲ ਗੱਲ ਨਹੀਂ ਕਰਦੇ। ਉਹਨਾਂ ਜਿਹੜੇ ਕਿਸਾਨ ਇਹਨਾਂ ਨਾਲ ਦੂਜੇ ਕਿਸੇ ਨਾਲ ਗੱਲ ਨਹੀਂ ਕਰਨਗੇ, ਔਰ ਨਾ ਇੱਥੋਂ ਦਿੱਲੀ ਤੋਂ ਜਾਣਗੇ ਜਿੰਨਾ ਸਮਾਂ ਵਿੱਚ ਇਹ ਕਾਨੂੰਨ ਕਾਲੇ ਜਿਹੜੇ ਵਾਪਸ ਕਰਦੇ। ਸਗੋਂ ਪੰਜਾਬ ਦੀਆਂ ਬੀਬੀਆਂ, ਨੌਜਵਾਨ, ਬੱਚੇ, ਸਾਰਾ ਪੰਜਾਬ, ਹਰਿਆਣਾ, ਯੂਪੀ, ਰਾਜਸਥਾਨ, ਉੜੀਸਾ, ਮਹਾਰਾਸ਼ਟਰ, ਕੇਰਲਾ, ਹਿੰਦੁਸਤਾਨ ਦਾ ਕੋਈ ਵੀ ਸੂਬਾ ਐਸਾ ਨਹੀਂ ਹੋਏਗਾ ਜਿਹੜਾ ਕਿਸਾਨ ਪੰਜਾਬ ਦੇ ਨੇ ਜੋ ਲੀਹ ਦਿੱਤੀ ਹੈ, ਜੋ ਰਸਤਾ ਦਿੱਤਾ, ਉਸ ਦੇ ਮੁਤਾਬਕ ਸਾਰਾ ਹੀ ਭਾਰਤ ਵਿੱਚ ਦਿੱਲੀ ਆ ਕੇ ਬੈਠ ਜਾਏਗਾ। ਦਿੱਲੀ ਦੇ ਸਿੰਘੂ ਬਾਰਡਰ ਉੱਤੇ ਕਿਸਾਨਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਕਿਸਾਨ ਜਥੇਬੰਦੀਆਂ ਵੱਲੋਂ ਲੰਗਰ ਵੀ ਲਗਾਏ ਗਏ ਨੇ, ਜਿੱਥੇ ਸਿਰਫ ਕਿਸਾਨ ਹੀ ਨਹੀਂ, ਸਗੋਂ ਉਹਨਾਂ ਨੂੰ ਰੋਕਣ ਵਾਲੀ ਪੁਲਿਸ, ਮੀਡੀਆ ਵਾਲੇ ਤੇ ਆਮ ਲੋਕ ਵੀ ਲੰਗਰ ਛਕ ਸਕਦੇ ਨੇ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਜਿੰਨੀ ਦੇਰ ਤੱਕ ਅੰਦੋਲਨ ਚੱਲੇਗਾ, ਲੰਗਰ ਦੀ ਸੇਵਾ ਜਾਰੀ ਰਹੇਗੀ। ਜਿਸ ਦਿਨ ਤੋਂ ਸਮਝ ਲਓ ਕਿਸਾਨਾਂ ਨੇ ਮੋਰਚਾ ਸਾਂਭਿਆ, ਉਸੇ ਦਿਨ ਤੋਂ ਹੀ ਲੰਗਰ ਚੱਲ ਰਿਹਾ। ਇੱਥੇ 2 ਦਿਨ ਹੋ ਗਏ ਨੇ, ਕੱਲ ਤੋਂ ਆਏ ਨੇ ਕਿਸਾਨ ਸਾਡੇ, ਆਪਾਂ ਵੀ ਉਹਨਾਂ ਦੇ ਨਾਲ ਇੱਥੇ ਸਟਾਰਟ ਕਰ ਦਿੱਤਾ ਸੀਗਾ। ਇਹਦਾ ਕੁਝ ਐਸਟੀਮੇਟ ਸਾਨੂੰ ਵੀ ਨਹੀਂ ਹੈ ਤੇ ਅੱਗੇ ਵੀ ਕਿਸੇ ਨੂੰ ਨਹੀਂ ਹੈ। ਜੇ ਅੱਗੇ 4 ਦਿਨ ਚੱਲਦਾ ਆਪਾਂ 4 ਦਿਨ ਖੜੇ ਇਹਨਾਂ ਨਾਲ, 5 ਦਿਨ ਚੱਲਦਾ 5 ਦਿਨ ਖੜੇ ਆ, ਜੇ 50 ਦਿਨ ਚੱਲਦਾ ਤਾਂ 50 ਦਿਨ ਖੜੇ ਨਾਲ। ਜਦ ਤੱਕ ਕਿਸਾਨ ਇੱਥੇ ਹੈਗੇ ਆਪਾਂ ਨਾਲ ਬੈਠੇ। ਦੱਸ ਦਈਏ ਕਿ ਕੇਂਦਰ ਸਰਕਾਰ ਕਿਸਾਨ ਅੰਦੋਲਨ ਉੱਤੇ ਲਗਾਤਾਰ ਘਿਰਦੀ ਜਾ ਰਹੀ ਹੈ।
ਸਰਕਾਰ ਨੇ ਕਿਸਾਨਾਂ ਨੂੰ ਬੁਰਾੜੀ ਗਰਾਊਂਡ ਵਿਖੇ ਜਾਣ ਉੱਤੇ ਸਾਰੀਆਂ ਸੁਵਿਧਾਵਾਂ ਮੁਹੱਈਆ ਕਰਵਾਉਣ ਦੀ ਗੱਲ ਆਖੀ ਸੀ, ਪਰ ਕਿਸਾਨਾਂ ਨੇ ਕੇਂਦਰ ਸਰਕਾਰ ਦੀ ਪੇਸ਼ਕਸ਼ ਠੁਕਰਾ ਦਿੱਤੀ। ਕਿਸਾਨਾਂ ਨੇ ਸਿੰਘੂ ਅਤੇ ਦਿੱਲੀ ਦੇ ਹੋਰ ਬਾਰਡਰਾਂ ਉੱਤੇ ਧਰਨਾ ਜਾਰੀ ਰੱਖਣ ਦਾ ਐਲਾਨ ਕੀਤਾ ਹੈ। ਇਸ ਵਿਚਾਲੇ ਸਰਕਾਰ ਨੇ ਕਿਸਾਨਾਂ ਨੂੰ 3 ਦਸੰਬਰ ਤੋਂ ਪਹਿਲਾਂ ਹੀ ਗੱਲਬਾਤ ਦੀ ਪੇਸ਼ਕਸ਼ ਕੀਤੀ ਹੈ, ਪਰ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਹੁਣ ਗੱਲ ਕਿਸੇ ਬੰਦ ਕਮਰੇ ਵਿੱਚ ਨਹੀਂ, ਸਗੋਂ ਸੜਕ ਉੱਤੇ ਸਾਰਿਆਂ ਦੇ ਸਾਹਮਣੇ ਹੋਵੇਗੀ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨਾਲ ਮਾੜੀ ਹੋਈ। ਖੱਟਰ ਵਾਰ-ਵਾਰ ਕਹਿ ਰਹੇ ਸਨ ਕਿ ਕਿਸਾਨ ਅੰਦੋਲਨ 'ਚ ਹਰਿਆਣਾ ਦੇ ਲੋਕ ਸ਼ਾਮਿਲ ਨਹੀਂ ਹੋ ਰਹੇ ਤੇ ਇਸ ਪਿੱਛੇ ਖਾਲਿਸਤਾਨੀਆਂ ਤੇ ਕੈਪਟਨ ਸਰਕਾਰ ਦੀ ਸਾਜ਼ਿਸ਼ ਹੈ। ਪਰ ਹੁਣ ਹਰਿਆਣਾ ਦੀਆਂ ਖਾਪ ਪੰਚਾਇਤਾਂ ਨੇ ਕਿਸਾਨ ਅੰਦੋਲਨ 'ਚ ਹਿੱਸਾ ਲੈਣ ਦਾ ਫੈਸਲਾ ਲਿਆ ਹੈ। ਇਹਨਾਂ ਪੰਚਾਇਤਾਂ ਦਾ ਟੀਚਾ 2 ਦਿਨਾਂ ਅੰਦਰ 2 ਲੱਖ ਲੋਕਾਂ ਨੂੰ ਦਿੱਲੀ ਲਿਜਾਉਣ ਦਾ ਹੈ। ਕਿਸਾਨ ਯੂਨੀਅਨ ਜਿੰਦਾਬਾਦ, ਮੁਰਦਾਬਾਦ, ਮੋਦੀ ਸਰਕਾਰ ਮੁਰਦਾਬਾਦ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਕਿਸਾਨ ਸੰਘਰਸ਼ ਬਾਰੇ ਆਪਣੇ ਹੀ ਬਿਆਨ ਕਰਕੇ ਕੱਸੂ ਤੇ ਘਿਰ ਗਏ ਨੇ। ਦਰਅਸਲ ਉਹ ਪਿਛਲੇ ਦਿਨਾਂ ਤੋਂ ਇਲਜ਼ਾਮ ਲਾਉਂਦੇ ਆ ਰਹੇ ਨੇ ਕਿ ਸੰਘਰਸ਼ ਪਿੱਛੇ ਖਾਲਿਸਤਾਨੀ ਤੱਤਾਂ ਤੇ ਪੰਜਾਬ ਸਰਕਾਰ ਦਾ ਹੱਥ ਹੈ। ਹੁਣ ਹਰਿਆਣਾ ਦੀਆਂ 30 ਖਾਪਾਂ ਨੇ ਵੀ ਦਿੱਲੀ ਕੂਚ ਦਾ ਐਲਾਨ ਕਰ ਦਿੱਤਾ ਹੈ। ਹਰਿਆਣਾ ਦੇ ਜੀਂਦ ਦੀਆਂ ਖਾਪਾਂ ਕਿਸਾਨ ਅੰਦੋਲਨ ਦੇ ਸਮਰਥਨ ਵਿੱਚ ਆ ਗਈਆਂ ਨੇ। ਸੋਮਵਾਰ ਨੂੰ ਜੀਂਦ 'ਚ ਚਹਿਲ ਖਾਪ ਨੇ ਮੀਟਿੰਗ ਕਰਕੇ ਕਿਹਾ ਕਿ ਪੂਰੇ ਸਾਜੋ ਸਮਾਨ ਨਾਲ ਦਿੱਲੀ ਕੂਚ ਕੀਤਾ ਜਾਵੇਗਾ। ਮੀਟਿੰਗ ਵਿੱਚ ਕਿਹਾ ਗਿਆ ਕਿ ਜਦ ਤੱਕ ਦਿੱਲੀ ਵਿੱਚ ਕਿਸਾਨ ਅੰਦੋਲਨ ਰਹੇਗਾ, ਉਦੋਂ ਤੱਕ ਉਹ ਵੀ ਦਿੱਲੀ ਵਿੱਚ ਕਿਸਾਨਾਂ ਨਾਲ ਡਟੇ ਰਹਿਣਗੇ। ਇਹਨਾਂ ਖਾਪਾਂ ਦਾ ਟੀਚਾ 2 ਦਿਨਾਂ ਦੇ ਅੰਦਰ 2 ਲੱਖ ਤੋਂ ਵੱਧ ਲੋਕਾਂ ਨੂੰ ਦਿੱਲੀ ਲੈ ਜਾਣ ਦਾ ਹੈ। ਖਾਪ ਪੰਚਾਇਤਾਂ ਨੇ ਕਿਸਾਨਾਂ ਨੂੰ ਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਦਿੱਤਾ ਹੈ। किसानों को लेकर कल रोहतक में सभी खाप पंचायतों की मीटिंग हुई है। उसमें 30 खापों ने तो समर्थन दे दिया, बाकी खापों की आज विचार विमर्श चल रहे हैं। उसी को इस किसान आंदोलन को मद्देनजर रखते हुए हरियाणा का किसान किसी भी आंदोलन में ना पीछे रहा है ना रहेगा, इसको लेके सभी खाप की पंचायतों ने आज ये विचार विमर्श चल रहा है और 2 से 3 दिन के अंदर 5 लाख किसानों को ले जाने का एजेंडा हमारा दिल्ली में है। दिल्ली को बिल्कुल जाम बना देंगे। आज चैल खाप की पंचायत चैल खाप पंचायत की आज ये मीटिंग हुई है। चौधरी सुरजमल सिंह उप प्रधान चैल खाप हरियाणा व समस्त चैल खाप के यहाँ प्रतिनिधि बैठे। मैं भी एक प्रतिनिधि तो मेरे दादाजी का कर देता हूँ, जयदीप सिंह चैल। और आज रदाना गांव में डिस्ट्रिक्ट जींद में 36 जात की आज ये मीटिंग हुई है। इसमें महावीर पंडित जी बैठे हैं, इसमें धर्मवीर पंडित जी बैठे हैं, इसमें रविदासिया भी है, इसमें कबीर दासिया भी है। ये सरकार इस आंदोलन को कमजोर करना चाहती है। ये इस आंदोलनकारियों कभी खालिस्तानी बताती है, कभी पाकिस्तानी बताती है। किसानों के साथ दिल्ली पहुंचोगे? हम बिल्कुल किसानों के साथ दिल्ली पहुंचेंगे, इसीलिए ये मीटिंग चल रही है, इसीलिए विचार विमर्श चल रहा है। किसानों हम पूरी तैयारी के साथ जाएंगे। जहां किसानों को जरूरत पड़ेगी, किसान तो हम हैं, जरूरत भी हमें है, हमारा धर्म है यूं। हमने लोगों को उठाना है, लोगों को ले जाना है और दिल्ली सरकार को झुकाना है और खट्टर और दुष्यंत को यह बताना है किसान की ताकत क्या होती है। आज उन्होंने मोदी सरकार जब ये नारा दे के आई थी, स्वामीनाथन आयोग की रिपोर्ट लागू करेंगे, 15-15 लाख खातों में देंगे, किसानों का कर्जा माफ करेंगे और वे देश को सोने की चिड़िया बना देंगे। इसने तो लोहे की बना दी भाई। आज जब तक इस सरकार को नहीं झुका देंगे, इसके घुटने नहीं टिका देंगे, जब तक ये किसान और ये किसान पुत्र और ये 36 जात और ये हरियाणा और ये पंजाब और राजस्थान के सभी किसान इतने भारतवर्ष के हैं, वो वापिस नहीं आएंगे। इस सरकार को हम ये चेताना चाहते हैं, ये बताना चाहते हैं कि ये किसानों की अनदेखी किसान अब सहन नहीं करेगा। किसान इस सरकार को उखाड़ फेंकेगा। कल रोहतक में खापा की मीटिंग हुई है और वो दिल्ली जाने के लिए सब एक मत से तैयार हो गए और वो दिल्ली जा रहे हैं। आज यहाँ जींद में चैला की मीटिंग हुई है, रदाना गांव है और हम भी कल दिल्ली जाएंगे। हमने ये फैसला लिया है कि कल दिल्ली कूच करांगे और अपने सारा साजो सामान के तहत दिल्ली जावांगे और जब तक ये काले कानून वापस नहीं होंगे तब तक वहीं डटे रहेंगे। हम जब तक साथ रहेंगे, जब तक वो पूरा देश का किसान दिल्ली रहेगा और जब तक काले कानून वापस नहीं हो जाएंगे, ये 3 जो अध्यादेश सरकार लेके आई, ये कानून लेके आई। ਦੱਸ ਦਈਏ ਕਿ ਕਿਸਾਨ ਲਗਾਤਾਰ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪ੍ਰਦਰਸ਼ਨ ਕਰ ਰਹੇ ਨੇ। ਹੁਣ ਕਿਸਾਨਾਂ ਨੂੰ ਵੱਖ-ਵੱਖ ਵਰਗ ਦਾ ਸਮਰਥਨ ਵੀ ਮਿਲ ਰਿਹਾ ਹੈ। ਕੱਲ ਰੋਹਤਕ 'ਚ ਵੀ 30 ਖਾਪਾਂ ਕਿਸਾਨਾਂ ਦੇ ਹੱਕ ਵਿੱਚ ਆਈਆਂ ਸੀ। 1-2 ਦਿਨਾਂ ਵਿੱਚ ਹਰਿਆਣਾ ਦੀਆਂ ਸਾਰੀਆਂ ਖਾਪਾਂ ਮੈਦਾਨ ਵਿੱਚ ਉਤਰਨਗੀਆਂ। ਇਸ ਨੂੰ ਲੈ ਕੇ ਬੀਜੇਪੀ ਲੀਡਰ ਕੱਸੂ ਤੇ ਘਿਰ ਗਏ ਨੇ।
ਤਾਜ਼ਾ ਹਾਲਾਤ ਮਗਰੋਂ ਅਮਿਤ ਸ਼ਾਹ ਨੇ ਬੈਕਫੁੱਟ ਉੱਪਰ ਆਉਂਦਿਆਂ ਕਿਹਾ ਕਿ ਉਹਨਾਂ ਨੇ ਕਦੇ ਵੀ ਨਹੀਂ ਕਿਹਾ ਕਿ ਕਿਸਾਨ ਅੰਦੋਲਨ ਸਿਆਸਤ ਤੋਂ ਪ੍ਰੇਰਿਤ ਹੈ। ਹਰਿਆਣਾ ਦੀਆਂ 30 ਖਾਪਾਂ ਦਾ ਪਿੰਡ ਵਿੱਚ ਵੱਡਾ ਆਧਾਰ ਹੈ। ਇਹਨਾਂ ਦਾ ਅਸਰ ਹਰਿਆਣਾ ਹੀ ਨਹੀਂ ਸਗੋਂ ਯੂਪੀ ਤੇ ਰਾਜਸਥਾਨ ਤੱਕ ਹੈ। ਇਸ ਲਈ ਕਿਸਾਨ ਸੰਘਰਸ਼ ਹੁਣ ਵੱਡਾ ਰੂਪ ਲੈਣ ਜਾ ਰਿਹਾ ਹੈ। ਅਖਬਾਰਾਂ ਦੀਆਂ ਸੁਰਖੀਆਂ ਬਣਨ ਲਈ ਫਿਲਮ ਅਦਾਕਾਰ ਕੰਗਨਾ ਰਣੌਤ ਲਗਾਤਾਰ ਵਿਵਾਦਿਤ ਬਿਆਨਬਾਜ਼ੀ ਕਰ ਰਹੀ ਹੈ। ਹੁਣ ਕੰਗਨਾ ਨੇ ਧਰਨਾ ਲਗਾ ਕੇ ਕਿਸਾਨਾਂ ਨੂੰ ਭਾਰਤ ਵਿਰੋਧੀ ਦੱਸਿਆ। ਕੰਗਨਾ ਦੇ ਇਸ ਬਿਆਨ ਦਾ ਵਿਰੋਧ ਕਿਸਾਨਾਂ ਨੇ ਸਿੰਘੂ ਬਾਰਡਰ ਤੇ ਉਸ ਦਾ ਪੁਤਲਾ ਫੂਕੇ ਕੀਤਾ। ਉਧਰ ਪੰਜਾਬੀ ਗਾਇਕ ਕੰਵਰ ਗਰੇਵਾਲ ਨੇ ਬੜੀ ਹੀ ਹਲੀਮੀ ਨਾਲ ਕੰਗਨਾ ਨੂੰ ਨਸੀਹਤ ਦਿੱਤੀ ਹੈ। ਫਿਲਮ ਅਦਾਕਾਰ ਕੰਗਨਾ ਰਣੌਤ ਪੰਜਾਬ ਦੇ ਸੰਘਰਸ਼ਸ਼ੀਲ ਕਿਸਾਨਾਂ ਬਾਰੇ ਗਲਤ ਬਿਆਨਬਾਜ਼ੀ ਕਰਨ ਤੋਂ ਨਹੀਂ ਹਟ ਰਹੀ। ਕੰਗਨਾ ਨੇ ਪਹਿਲਾਂ ਧਰਨੇ 'ਚ ਸ਼ਾਮਲ ਇੱਕ ਬਜ਼ੁਰਗ ਮਾਈ ਨੂੰ ਸ਼ਾਹੀਨ ਬਾਗ ਦੇ ਧਰਨੇ ਵਿੱਚ ਸ਼ਾਮਲ ਦੱਸਿਆ ਸੀ ਤੇ ਹੁਣ ਅੰਨਦਾਤੇ ਦੀ ਤੁਲਨਾ ਟੁਕੜੇ-ਟੁਕੜੇ ਗੈਂਗ ਨਾਲ ਕੀਤੀ ਗਈ ਹੈ, ਜਿਸ ਤੋਂ ਬਾਅਦ ਵਿਵਾਦ ਭਖ ਗਿਆ। ਅੱਜ ਸਿੰਘੂ ਬਾਰਡਰ ਉੱਤੇ ਕਿਸਾਨਾਂ ਨੇ ਕੰਗਨਾ ਰਣੌਤ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਉਸ ਦਾ ਪੁਤਲਾ ਫੂਕਿਆ। ਇਸ ਦੇ ਨਾਲ ਹੀ ਪੰਜਾਬੀ ਗਾਇਕ ਕੰਵਰ ਗਰੇਵਾਲ ਨੇ ਸਿੱਖ ਇਤਿਹਾਸ ਦੀਆਂ ਮਿਸਾਲਾਂ ਦਿੰਦਿਆਂ ਕੰਗਨਾ ਨੂੰ ਨਸੀਹਤ ਦਿੱਤੀ। ਕੰਵਰ ਗਰੇਵਾਲ ਨੇ ਕੰਗਨਾ ਨੂੰ ਆਪਣੀ ਭੈਣ ਦੱਸਦਿਆਂ ਸਿੱਖ ਇਤਿਹਾਸ ਪੜ੍ਹਨ ਅਤੇ ਫਿਰ ਕਿਸਾਨਾਂ ਬਾਰੇ ਟਿੱਪਣੀ ਕਰਨ ਦੀ ਬੜੀ ਹੀ ਹਲੀਮੀ ਨਾਲ ਬੇਨਤੀ ਕੀਤੀ। ਇੱਕ ਬਾਪੂ ਇੱਕ ਕੁੜੀ ਹੈ ਬੰਬੇ ਫਿਲਮਾਂ 'ਚ ਕੰਮ ਕਰਦੀ ਆ, ਉਹਨੇ ਸਾਡੀ ਮਾਈ ਬਾਰੇ ਇੱਕ ਬਹੁਤ ਗਲਤ ਜਿਹਾ ਬਿਆਨ ਕੀਤਾ ਹੈ। ਅਸੀਂ ਗੁਰੂ ਕੇ ਵਾਲੇ ਆ, ਅਸੀਂ ਬਾਬੇ ਕੇ ਵਾਲੇ ਆ। ਗੱਲ ਸੁਣ ਬੀਬੀ, ਅਸੀਂ ਉਹ ਤਾਂ ਹੈ ਨਹੀਂ ਹੁਣ ਵੀ ਜਿੱਦਾਂ ਦੀ ਤੇਰੀ ਭਾਸ਼ਾ ਅਸੀਂ ਉਦਾਂ ਦੀ ਭਾਸ਼ਾ ਵਰਤਾਂਗੇ। ਅਸੀਂ ਉਹਨਾਂ ਦੇ ਧੀਆਂ ਪੁੱਤ ਹੈ ਨਹੀਂ ਜਿਹੜੇ ਐਸੀ ਭਾਸ਼ਾ ਵਰਤਾਂਗੇ। ਸਾਨੂੰ ਤਾਂ ਸਾਡੇ ਗੁਰੂ ਨੇ ਇੱਕੋ ਗੱਲ ਸਿਖਾਈ ਹੈ ਵੀ ਜਿਹੜੀ ਵੀ ਕੁੜੀ ਤੁਹਾਡੇ ਤੋਂ ਕੋਈ 10 ਸਾਲ ਵੱਡੀ ਹੈ ਜਾਂ ਛੋਟੀ ਹੈ, ਸਾਡੀ ਉਹ ਭੈਣ ਹੀ ਹੈ। ਇਸ ਕਰਕੇ ਅਸੀਂ ਵੀ ਤੈਨੂੰ ਉਸੇ ਭਾਸ਼ਾ ਨਾਲ ਹੀ ਬੁਲਾਵਾਂਗੇ, ਕਿਉਂਕਿ ਸਾਡਾ ਕੱਦ ਤੇਰੇ ਤੋਂ ਬਾਹਲਾ ਵੱਡਾ ਹੈ। ਅਸੀਂ ਤੈਨੂੰ ਕੁਝ ਗੰਦੀ ਭਾਸ਼ਾ ਬੋਲ ਕੇ ਤੇਰੇ ਨਾਲ ਬਦਸਲੂਕੀ ਕਰਕੇ ਅਸੀਂ ਸਾਡੇ ਗੁਰੂਆਂ ਤੇ ਧੱਬਾ ਨਹੀਂ ਲਾਵਾਂਗੇ। ਤੈਨੂੰ ਤੇਰੀ ਸੋਚ ਨੂੰ ਧਰਕਾਰ ਹੈ, ਬਸ ਤੇਰੀ ਸੋਚ ਬਹੁਤ ਨੀਵੀਂ ਹੈ ਭੈਣ ਮੇਰੀ। ਉਮਰ 'ਚ ਤੂੰ ਮੈਥੋਂ ਵੱਡੀ ਹੋਏਗੀ, ਤੈਨੂੰ ਮਹਾਰਾਜ ਨੇ ਨਾਂ ਵੀ ਬਹੁਤ ਦਿੱਤਾ ਹੈ ਹਨਾ। ਪਰ ਜਿਹੜੀ ਗੱਲ ਬਾਣੀ ਚੋਂ ਕਦੇ ਫਰੋਲ ਕੇ ਦੇਖੀ ਅੰਗ, ਸਾਡਾ ਬਾਬਾ ਕਹਿੰਦਾ ਤਪੋ ਰਾਜ ਤੇ ਰਾਜੋ ਨਰਕ। ਤਪ ਤੋਂ ਬਾਅਦ ਸਾਨੂੰ ਰਾਜ ਤਾਂ ਦਿੱਤਾ ਮਹਾਰਾਜ ਨੇ, ਸਾਨੂੰ ਮਸ਼ਹੂਰੀਆਂ, ਪੈਸਾ, ਮਾਇਆ, ਪਦਾਰਥ ਬਹੁਤ ਬਖਸ਼ਤੇ। ਪਰ ਬਸ ਗੱਲ ਹੋਈ ਹੈ ਕਿ ਤੜਕੇ ਅਸੀਂ ਪੜ੍ਹਦੇ ਹਾਂ ਸਾਰੇ, ਘੜੀ ਹੈ ਸੁਰਤ ਮਤ ਮਨ ਬੁੱਧ, ਤੂੰ ਚਾਰਾਂ ਤੋਂ ਵਾਂਝੀ ਰਹੇਗੀ ਭੈਣ। ਇਸ ਕਰਕੇ ਥੋੜਾ ਬਹੁਤ ਆਪਦੀ ਮਤ ਨੂੰ ਹਲੂਣਾ ਮਾਰ। ਉਹ ਜਿਹੜੀ ਬੀਬੀ ਬਾਰੇ ਵਿਅੰਗ ਕਰਦੀ ਹੈ ਨਾ, ਉਹ ਮਾਈ ਭਾਗੋ ਹੈ। ਤੁਹਾਡੀ ਪ੍ਰੋਬਲਮ ਇਹ ਹੈ ਕਿ ਤੁਸੀਂ ਲੋਕਾਂ ਨੇ ਨਾ ਇਤਿਹਾਸ ਨਹੀਂ ਪੜ੍ਹਿਆ, ਤੁਸੀਂ ਇਤਿਹਾਸ ਨਹੀਂ ਪੜ੍ਹਿਆ। ਤੁਸੀਂ ਬਸ ਉਹੀ ਆ, ਤੁਹਾਡਾ ਹੰਕਾਰ ਸਿਰ ਚੜ੍ਹ ਕੇ ਬੋਲਦਾ, ਇਸ ਕਰਕੇ ਤੁਸੀਂ ਕੁਝ ਵੀ ਬੋਲ ਦਿੰਦੇ ਹੋ। ਤਾਂ ਜੇ ਉਹਦੀ ਦਰਗਾਹ 'ਚ ਜਾ ਕੇ ਮਾੜਾ ਮੋਟਾ ਚਾਹਣੀ ਹੈ ਤਾਂ ਅੱਜ ਹੀ ਆਪਦੀਆਂ ਅੱਖਾਂ ਬੰਦ ਕਰਕੇ ਕਿਤੇ ਬੈਠੀ ਤੇ ਭੁੱਲ ਬਖਸ਼ਾਲੀ। ਉਹ ਮਾਈ ਭਾਗੋ ਵਰਗੀਆਂ ਨੇ ਸਾਡੀਆਂ ਮਾਵਾਂ ਜਿਹੜੀਆਂ ਇਹਨਾਂ ਧਰਨਿਆਂ 'ਚ ਬੈਠੀਆਂ ਨਾ, ਤਾਂ ਉਹ ਸਾਡੇ ਮਾਈ ਭਾਗੋ ਤੋਂ ਘੱਟ ਨਹੀਂ ਹੈਗੀਆਂ। ਉਹ ਸੂਰਮੇ ਸਾਡੇ, ਉਹਨਾਂ ਦੇ ਸਿਰਾਂ ਤੇ ਅਸੀਂ ਸਾਰੇ ਜਿਹੜੇ ਆ ਜਵਾਨ ਪੁੱਤ ਬੈਠੇ ਆ, ਅਸੀਂ ਖੇਡਦੇ ਫਿਰਦੇ ਆ ਕਿ ਸਾਡੀਆਂ ਮਾਵਾਂ ਨਾਲ ਆ ਸਾਡੇ ਬਜ਼ੁਰਗ ਮਾਣ ਮੱਤੇ ਨਾਲ ਬੈਠੇ। ਇਸ ਕਰਕੇ ਨਾ ਹੀ ਅਸੀਂ ਅੱਤਵਾਦੀ ਆ ਤੇ ਨਾ ਹੀ ਅੱਜ ਦਾ ਮੈਂ ਤਾਂ ਉਹ ਭਾਸ਼ਾ ਵੀ ਨਹੀਂ ਸਾਡੇ ਬਜ਼ੁਰਗਾਂ ਨਾਲ, ਹਾਲਾਂਕਿ ਇਹਨਾਂ ਨੂੰ ਤੁਹਾਨੂੰ ਪਤਾ ਹੀ ਨਹੀਂ ਕਿ ਫੋਨਾਂ ਤੇ ਕੀ ਕੁਝ ਵਾਪਰੀ ਜਾਂਦਾ ਹੈ। ਦੱਸ ਦਈਏ ਕਿ ਕੰਗਨਾ ਰਣੌਤ ਨੇ ਟਵੀਟ ਕੀਤਾ ਸੀ, ਜਿਸ ਵਿੱਚ ਲਿਖਿਆ ਸੀ ਕਿ ਸ਼ਰਮ ਆਉਣੀ ਚਾਹੀਦੀ ਹੈ ਕਿ ਹਰ ਕੋਈ ਆਪਣੀਆਂ ਰੋਟੀਆਂ ਸੇਕ ਰਿਹਾ ਹੈ। ਮੈਂ ਉਮੀਦ ਕਰਦੀ ਹਾਂ ਕਿ ਭਾਰਤ ਸਰਕਾਰ ਅਜਿਹੇ ਐਂਟੀ ਇੰਡੀਅਨ ਐਲੀਮੈਂਟ ਨੂੰ ਵਧਣ ਨਹੀਂ ਦੇਣਗੇ ਅਤੇ ਇੱਕ ਹੋਰ ਸ਼ਾਹੀਨ ਬਾਗ ਨਹੀਂ ਬਣਨ ਦੇਣਗੇ ਜੋ ਟੁਕੜਾ ਗੈਂਗ ਹੈ। ਹੁਣ ਕੰਵਰ ਗਰੇਵਾਲ ਦੇ ਜਵਾਬ ਤੋਂ ਬਾਅਦ ਉਮੀਦ ਹੈ ਕਿ ਕੰਗਨਾ ਆਪਣੀ ਸੋਚ ਬਦਲੇਗੀ ਅਤੇ ਕੋਈ ਵਿਵਾਦਤ ਬਿਆਨ ਦੇਣ ਤੋਂ ਕਿਨਾਰਾ ਕਰੇਗੀ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੁਲਤਾਨਪੁਰ ਲੋਧੀ 'ਚ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਵਿਖੇ ਨਤਮਸਤਕ ਹੋਏ। ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਕੈਪਟਨ ਨੇ ਕੌਮ ਨੂੰ ਇਕਜੁੱਟ ਹੋਣ ਦੀ ਅਪੀਲ ਕੀਤੀ ਅਤੇ ਸੰਗਤਾਂ ਨੂੰ ਗੁਰੂ ਜੀ ਵੱਲੋਂ ਦਰਸਾਏ ਗਏ ਮਾਰਗ ਤੇ ਚੱਲਣ ਦੀ ਬੇਨਤੀ ਕੀਤੀ। ਮੁੱਖ ਮੰਤਰੀ ਅਮਰਿੰਦਰ ਸਿੰਘ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਨਤਮਸਤਕ ਹੋਏ। ਉਹਨਾਂ ਦੇ ਨਾਲ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ, ਮਹਾਰਾਣੀ ਪਰਨੀਤ ਕੌਰ, ਨਾਮਧਾਰੀ ਸੰਪਰਦਾਇ ਦੇ ਮੁਖੀ ਸੰਤ ਉਦੇ ਸਿੰਘ ਤੇ ਹੋਰ ਸ਼ਖਸੀਅਤਾਂ ਵੀ ਹਾਜ਼ਰ ਸਨ। ਸਮਾਗਮ ਨੂੰ ਸੰਬੋਧਨ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਅਸੀਂ ਸਾਰੇ ਬਾਬੇ ਨਾਨਕ ਦੇ ਰਾਹ ਉੱਤੇ ਚੱਲ ਕੇ ਸਿੱਖ ਕੌਮ ਨੂੰ ਇਕਜੁੱਟ ਕਰੀਏ ਤੇ ਜੋ ਕੌਮ ਨੂੰ ਤੋੜਨਾ ਚਾਹੁੰਦੇ ਨੇ ਉਹਨਾਂ ਤੱਕ ਵੀ ਬਾਬੇ ਨਾਨਕ ਦਾ ਸੰਦੇਸ਼ ਪਹੁੰਚਾਈਏ ਤਾਂ ਕਿ ਅਸੀਂ ਦੇਸ਼ ਨੂੰ ਮਜ਼ਬੂਤ ਦੇਸ਼ ਬਣਾ ਸਕੀਏ। ਉਹਨਾਂ ਕਿਹਾ ਕਿ ਦੇਸ਼ ਨੂੰ ਮਜ਼ਬੂਤ ਵੀ ਤਾਂ ਹੀ ਬਣਾਇਆ ਜਾ ਸਕਦਾ ਹੈ ਜੇ ਕੌਮ ਇਕਜੁੱਟ ਹੋਵੇ।
ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਵੱਲੋਂ ਚਲਾਏ ਗਏ ਪ੍ਰੋਜੈਕਟਾਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਤੇ ਪ੍ਰੋਜੈਕਟਾਂ ਉੱਤੇ ਲੱਗੀ ਰਾਸ਼ੀ ਵੀ ਜਨਤਕ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਉਹਨਾਂ ਨੂੰ ਗੁਰੂ ਸਾਹਿਬ ਜੀ ਦੀ ਯਾਦ ਨੂੰ ਮਨਾਉਣ ਲਈ ਕੋਈ ਵੀ ਕੰਮ ਕਰਨਾ ਪਵੇ ਉਸ ਲਈ ਉਹ ਪਿੱਛੇ ਨਹੀਂ ਹਟਣਗੇ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅੱਜ ਦੇਸ਼ ਦਾ ਕੋਈ ਵੀ ਅਜਿਹਾ ਕੋਨਾ ਨਹੀਂ ਹੈ ਜਿੱਥੇ ਸਿੱਖ ਨਾ ਵਸਦੇ ਹੋਣ ਤੇ ਅੱਜ ਹਰ ਇੱਕ ਖੇਤਰ ਵਿੱਚ ਸਿੱਖ ਬਾਬੇ ਨਾਨਕ ਦਾ ਜਨਮ ਦਿਹਾੜਾ ਧੂਮ-ਧਾਮ ਨਾਲ ਮਨਾ ਰਹੇ ਨੇ। ਔਰ ਮਜ਼ਬੂਤ ਦੇਸ਼ ਬਣਾਉਣ ਵਾਸਤੇ ਸਾਰਿਆਂ ਕੌਮਾਂ ਨੂੰ ਇਕੱਠੇ ਹੋਣਾ ਪਊ, ਇੱਕ ਪਰਿਵਾਰਿਕ ਸਾਂਝ ਬਣਾਉਣੀ ਪਊ। ਅੱਜ ਇੰਨਾ ਹੀ ਜ਼ਿਆਦਾ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ, ਕੋਈ ਸਿਆਸੀ ਗੱਲ ਨਹੀਂ ਮੈਂ ਕਰਨਾ ਚਾਹੁੰਦਾ। ਇਹ ਪਹਿਲੇ ਪਾਤਸ਼ਾਹੀ ਦਾ 555ਵਾਂ ਦਿਹਾੜਾ ਹੈ। ਕੋਈ ਆਪਣੇ ਆਪ ਨੂੰ ਕੁਝ ਕਹਿੰਦਾ ਹੈ, ਕੋਈ ਕੁਝ ਕਹਿੰਦਾ ਹੈ, ਦੇਸ਼ ਨੂੰ ਤੋੜਿਆ ਜਾ ਰਿਹਾ ਹੈ। ਇਹ ਚੀਜ਼ਾਂ ਸਾਡੇ ਮੁਲਕ 'ਚ ਨਹੀਂ ਹੁੰਦੀਆਂ ਸੀ ਔਰ ਮਹਾਰਾਜ ਨੇ ਅੱਜ 550 ਸਾਲ ਪਹਿਲਾਂ ਇਹ ਗੱਲ ਕਹੀ ਸੀ ਕਿਉਂਕਿ ਦੇਖ ਰਹੇ ਸੀ, ਜਾਣੀ ਜਾਣ ਸੀ, ਪਤਾ ਸੀ ਉਹਨਾਂ ਨੂੰ ਕਿ ਇੱਥੇ ਕੀ ਹੋ ਰਿਹਾ। ਤਾਂ ਅੱਜ ਸਾਡਾ ਫਰਜ਼ ਬਣਦਾ ਹੈ ਕਿ ਆਪਾਂ ਉਹਨਾਂ ਦੇ ਆਦੇਸ਼ਾਂ ਨੂੰ ਆਪਾਂ ਅਪਣਾਈਏ, ਪਹੁੰਚਾਈਏ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਸਰਕਾਰ ਵੱਲੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਕਰਵਾਏ ਸਮਾਗਮ ਵਿੱਚ ਪਹੁੰਚੇ ਵੱਖ-ਵੱਖ ਸੰਤਾਂ ਮਹਾਂਪੁਰਸ਼ਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ। ਉਹਨਾਂ ਕਿਹਾ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਤੇ ਚੱਲਣਾ ਸਮੇਂ ਦੀ ਵੱਡੀ ਲੋੜ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਮੌਕੇ ਦੇਸ਼ ਵਿਦੇਸ਼ ਤੋਂ ਸਿੱਖ ਸੰਗਤਾਂ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਨੇ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਸੰਗਤਾਂ ਨੂੰ ਇਸ ਪਾਵਨ ਦਿਹਾੜੇ ਮੌਕੇ ਮੁਬਾਰਕਾਂ ਦਿੱਤੀਆਂ। ਕੇਜਰੀਵਾਲ ਨੇ ਸੰਗਤਾਂ ਨੂੰ ਗੁਰੂ ਸਾਹਿਬ ਵੱਲੋਂ ਵਿਖਾਏ ਮਾਰਗ ਤੇ ਚੱਲਣ ਦੀ ਅਪੀਲ ਕਰਦਿਆਂ ਕਿਹਾ ਕਿ ਮਨੁੱਖਤਾ ਦੀ ਸਮੁੱਚੀ ਸੇਵਾ ਲਈ ਅਜਿਹਾ ਕਰਨਾ ਸਮੇਂ ਦੀ ਜ਼ਰੂਰਤ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੰਗਤਾਂ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ ਹੈ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਗੁਰੂ ਜੀ ਨੇ ਸਾਨੂੰ ਮਨੁੱਖਤਾ ਦੀ ਸੇਵਾ ਤੇ ਸਰਬੱਤ ਦੇ ਭਲੇ ਦਾ ਸੰਦੇਸ਼ ਦਿੱਤਾ ਸੀ। ਅੱਜ ਉਹਨਾਂ ਵੱਲੋਂ ਵਿਖਾਏ ਰਸਤੇ ਉੱਤੇ ਤੁਰਨ ਦੀ ਲੋੜ ਹੈ। ਅਰਵਿੰਦ ਕੇਜਰੀਵਾਲ ਇੱਕ ਵੀਡੀਓ ਸੰਦੇਸ਼ ਰਾਹੀਂ ਲੋਕਾਂ ਦੇ ਰੂਬਰੂ ਹੋ ਰਹੇ ਸਨ। आज गुरु नानक जी की जयंती गुरु पर्व के अवसर पे आप सब लोगों को, देशवासियों को, दिल्ली वासियों को, दुनिया के सभी लोगों को बहुत 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 बधाइयाँ। गुरु नानक जी का सबसे बड़ा संदेश एक ही था, मानव सेवा, कि हमें लोगों की अपने तन मन धन से पूरी तरह से सेवा करनी है। हमारा पूरा जीवन दूसरों की सेवा के लिए समर्पित होना चाहिए। ਇਸ ਦੇ ਨਾਲ ਹੀ ਕੇਜਰੀਵਾਲ ਨੇ ਦਿੱਲੀ ਦੀਆਂ ਸਰਹੱਦਾਂ ਉੱਤੇ ਧਰਨਾ ਦੇ ਰਹੇ ਕਿਸਾਨਾਂ ਦਾ ਵੀ ਜ਼ਿਕਰ ਕੀਤਾ। ਕੇਜਰੀਵਾਲ ਨੇ ਕਿਹਾ ਕਿ ਕੜਾਕੇ ਦੀ ਠੰਡ ਵਿੱਚ ਜਦੋਂ ਅਸੀਂ ਆਪਣੇ ਘਰਾਂ ਅੰਦਰ ਰਜਾਈਆਂ ਦਾ ਨਿੱਘ ਮਾਣਦੇ ਹਾਂ ਤਾਂ ਉਧਰ ਕਿਸਾਨ ਸੜਕਾਂ ਉੱਤੇ ਆਪਣੇ ਹੱਕਾਂ ਦੀ ਜੰਗ ਲੜ ਰਹੇ ਹੁੰਦੇ ਨੇ। ਉਹਨਾਂ ਕੇਂਦਰ ਸਰਕਾਰ ਨੂੰ ਤੁਰੰਤ ਕਿਸਾਨਾਂ ਦੀਆਂ ਮੰਗਾਂ ਵੱਲ ਧਿਆਨ ਦੇਣ ਦੀ ਬੇਨਤੀ ਕੀਤੀ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਆਮ ਆਦਮੀ ਪਾर्टी किसानों की सेवा ਲਈ हर समय तैयार है। आज हमारे देश के किसान दिल्ली और हरियाणा के बॉर्डर पे, दिल्ली यूपी बॉर्डर पे बहुत मुसीबत में हैं। वहाँ पे आके पिछले 5-6 दिनों से अपनी मांगों के लिए केंद्र सरकार से बात करने के लिए वहाँ पे बैठे हुए हैं। मैं सोच रहा था इतनी ठंड में, जब हम लोग अपने घरों के अंदर हमें इतनी ठंड लग रही है, हमारे किसान भाई रात भर आसमान के नीचे इतनी ठंड में कैसे सोते होंगे, इतनी मुसीबतें झेल रहे हैं। मैं उम्मीद करता हूँ कि जल्द से जल्द केंद्र सरकार उनके साथ बात करके उनकी समस्याओं का समाधान निकालेगी। आम आदमी पार्टी के सभी कार्यकर्ता, सभी एमएलए, सभी लोग उनकी सेवा में लगे हुए हैं। मैंने सभी को बोला है कि वो पूरी तरह से
उनके खाने के लिए, उनके मेडिकल के लिए, उनको जिस तरह की भी से पानी का, टॉयलेट का जो भी ज़रूरत है उनको पूरा करें। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਜਿੱਥੇ ਸੰਗਤਾਂ ਗੁਰੂ ਘਰਾਂ ਅੰਦਰ ਨਤਮਸਤਕ ਹੋ ਰਹੀਆਂ ਨੇ, ਉੱਥੇ ਹੀ ਕਿਸਾਨ ਸੜਕਾਂ ਉੱਤੇ ਡਟੇ ਹੋਏ ਨੇ। ਪਰ ਇਸ ਸੰਘਰਸ਼ ਦੌਰਾਨ ਵੀ ਕਿਸਾਨਾਂ ਵੱਲੋਂ ਬਾਬੇ ਨਾਨਕ ਦੀਆਂ ਸਿੱਖਿਆਵਾਂ ਉੱਤੇ ਅਮਲ ਕੀਤਾ ਜਾ ਰਿਹਾ ਹੈ। ਇਹ ਅੰਦੋਲਨ ਪੂਰੀ ਤਰ੍ਹਾਂ ਨਾਲ ਅਹਿੰਸਕ ਹੈ ਅਤੇ ਇਸ ਦੌਰਾਨ ਉਹਨਾਂ ਵੱਲੋਂ ਪੁਲਿਸ ਵਾਲਿਆਂ ਨੂੰ ਵੀ ਲੰਗਰ ਛਕਾਇਆ ਜਾ ਰਿਹਾ ਹੈ, ਜੋ ਕਿਸਾਨਾਂ ਉੱਤੇ ਅਥਰੂ ਗੈਸ ਦੇ ਗੋਲੇ ਤੇ ਜਲ ਤੋਪਾਂ ਦਾ ਪ੍ਰਯੋਗ ਕਰ ਰਹੇ ਸਨ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੱਕ ਵਿਸ਼ਾਲ ਨਗਰ ਕੀਰਤਨ ਅੱਜ ਗੁਰੂ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਸ਼੍ਰੀ ਕੀਰਤਪੁਰ ਸਾਹਿਬ ਵਿਖੇ ਸਜਾਇਆ ਗਿਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ 5 ਪਿਆਰਿਆਂ ਦੀ ਅਗਵਾਈ ਵਿੱਚ ਸਜਾਏ ਗਏ ਇਸ ਨਗਰ ਕੀਰਤਨ 'ਚ ਵੱਡੀ ਗਿਣਤੀ 'ਚ ਸੰਗਤਾਂ ਸ਼ਾਮਲ ਹੋਈਆਂ ਅਤੇ ਉਹਨਾਂ ਗੁਰੂ ਸਾਹਿਬ ਜੀ ਦਾ ਆਸ਼ੀਰਵਾਦ ਲਿਆ। ਇਸ ਨਗਰ ਕੀਰਤਨ 'ਚ ਵੱਖ-ਵੱਖ ਸਕੂਲਾਂ ਦੇ ਬੱਚੇ ਵੀ ਸ਼ਾਮਲ ਹੋਏ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਮੌਕੇ ਸ਼੍ਰੀ ਕੀਰਤਪੁਰ ਸਾਹਿਬ ਵਿਖੇ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਇਹ ਨਗਰ ਕੀਰਤਨ ਗੁਰਦੁਆਰਾ ਸ਼੍ਰੀ ਚਰਨ ਕਮਲ ਸਾਹਿਬ ਤੋਂ ਆਰੰਭ ਹੋਇਆ ਅਤੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਤੇ ਮਹੱਲਿਆਂ ਚੋਂ ਗੁਜ਼ਰਦਾ ਵਾਪਸ ਗੁਰਦੁਆਰਾ ਸਾਹਿਬ ਵਿਖੇ ਸੰਪੰਨ ਹੋਇਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ 5 ਪਿਆਰਿਆਂ ਦੀ ਅਗਵਾਈ ਵਿੱਚ ਸਜਾਏ ਗਏ ਇਸ ਨਗਰ ਕੀਰਤਨ ਦੀ ਆਰੰਭਤਾ ਅਰਦਾਸ ਨਾਲ ਕੀਤੀ ਗਈ, ਜਿਸ ਉਪਰੰਤ ਫੁੱਲਾਂ ਨਾਲ ਸਜਾਈ ਸੁਨਹਿਰੀ ਪਾਲਕੀ ਅੰਦਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਸੁਸ਼ੋਭਿਤ ਕੀਤਾ ਗਿਆ। ਇਸ ਨਗਰ ਕੀਰਤਨ ਵਿੱਚ ਵੱਡੀ ਗਿਣਤੀ 'ਚ ਸੰਗਤਾਂ ਨੇ ਭਾਗ ਲਿਆ। ਨਗਰ ਕੀਰਤਨ ਦੇ ਸਾਰੇ ਰਸਤੇ ਜਗ੍ਹਾ-ਜਗ੍ਹਾ ਤੇ ਵੱਖ-ਵੱਖ ਤਰ੍ਹਾਂ ਦੇ ਲੰਗਰ ਲਗਾਏ ਗਏ ਸਨ ਅਤੇ ਸਾਰੇ ਮਾਰਗ ਨੂੰ ਖੂਬਸੂਰਤ ਤਰੀਕੇ ਨਾਲ ਸਜਾਇਆ ਗਿਆ ਸੀ। ਨਗਰ ਕੀਰਤਨ ਦੌਰਾਨ ਫੁੱਲ ਪੱਤੀਆਂ ਦੀ ਵਰਖਾ ਵੀ ਖਿੱਚ ਦਾ ਕੇਂਦਰ ਰਹੀ। ਪਹਿਲੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਨਾਨਕ ਦੇਵ ਜੀ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਸਮੁੱਚੇ ਸੰਸਾਰ ਭਰ ਵਿੱਚ ਸਮੂਹ ਸੰਗਤਾਂ ਬੜੇ ਹੀ ਸ਼ਰਧਾ ਅਤੇ ਭਾਵਨਾ ਦੇ ਨਾਲ ਮਨਾ ਰਹੀਆਂ। ਇਸੇ ਸੰਬੰਧ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਜੀ ਵੱਲੋਂ ਗੁਰੂ ਸਾਹਿਬ ਜੀ ਦੇ ਪਾਵਨ ਚਰਨ ਛੋਹ ਮੁਬਾਰਕ ਸਥਾਨ ਗੁਰਦੁਆਰਾ ਚਰਨ ਕਮਲ ਸਾਹਿਬ ਕੀਰਤਪੁਰ ਸਾਹਿਬ ਤੋਂ ਮਹਾਨ ਨਗਰ ਕੀਰਤਨ ਸਤਿਗੁਰੂ ਛਤਰ ਛਾਇਆ ਹੇਠ 5 ਪਿਆਰੇ ਸਾਹਿਬਾਨ ਦੀ ਅਗਵਾਈ ਵਿੱਚ ਆਰੰਭ ਹੋਣ ਲੱਗਾ। ਸਮੁੱਚੀਆਂ ਸੰਗਤਾਂ ਨੂੰ ਸਤਿਗੁਰਾਂ ਦੇ ਪਾਵਨ ਪ੍ਰਕਾਸ਼ ਪੁਰਬ ਦੀਆਂ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਜੀ ਵੱਲੋਂ ਬਹੁਤ-ਬਹੁਤ ਵਧਾਈਆਂ। ਅੱਜ ਜੋ ਪ੍ਰੋਗਰਾਮ ਉਲੀਕੇ ਗਏ ਨੇ, ਅੱਜ ਸ਼ਾਮ ਨੂੰ 6:30 ਤੋਂ ਲੈ ਕੇ 10 ਵਜੇ ਤੱਕ ਮਹਾਨ ਗੁਰਮਤਿ ਸਮਾਗਮ ਗੁਰਦੁਆਰਾ ਚਰਨ ਕਮਲ ਸਾਹਿਬ ਜੀ ਵਿਖੇ ਹੋ ਰਿਹਾ, ਜਿਸ ਵਿੱਚ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੀ ਹਜ਼ੂਰੀ ਰਾਗੀ ਸਾਹਿਬਾਨ, ਸਿੰਘ ਸਾਹਿਬਾਨ ਔਰ ਮਹਾਨ ਕਥਾਵਾਚਕ ਪਹੁੰਚ ਕੇ ਸੰਗਤਾਂ ਨੂੰ ਗੁਰੂ ਜਸ ਸਰਵਣ ਕਰਵਾ ਕੇ ਨਿਹਾਲ ਕਰਨਗੇ। ਕੱਲ੍ਹ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਦੀ ਸਮਾਪਤੀ ਤੋਂ ਉਪਰੰਤ ਫਿਰ ਦੁਬਾਰਾ ਦੁਪਹਿਰ ਤੱਕ ਦੀਵਾਨ ਇਸੇ ਹੀ ਸਥਾਨ ਤੇ ਸਜਾਏ ਜਾਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਨਗਰ ਕੀਰਤਨ ਵਿੱਚ ਕਈ ਸਕੂਲਾਂ ਦੇ ਬੱਚੇ ਵੀ ਸ਼ਾਮਿਲ ਹੋਏ। ਇਸ ਦੌਰਾਨ ਪੁੱਜੀਆਂ ਸੰਗਤਾਂ ਨੇ ਸਤਨਾਮ ਵਾਹਿਗੁਰੂ ਦਾ ਜਾਪ ਕਰਦਿਆਂ ਪਹਿਲੇ ਪਾਤਸ਼ਾਹ ਜੀ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨਵੀਂ ਚੁਣੀ ਗਈ ਪ੍ਰਧਾਨ ਬੀਬੀ ਜਗੀਰ ਕੌਰ ਨੇ ਕੇਂਦਰ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਮੰਨਣ ਦੀ ਅਪੀਲ ਕੀਤੀ ਹੈ। ਬੀਬੀ ਜਗੀਰ ਕੌਰ ਨੇ ਕਿਹਾ ਕਿ ਕਿਸਾਨ ਬੜੀਆਂ ਮੁਸ਼ਕਲਾਂ ਸਹਿ ਕੇ ਸਾਡੇ ਲਈ ਅੰਨ ਪੈਦਾ ਕਰ ਰਹੇ ਨੇ। ਉਹਨਾਂ ਦੀਆਂ ਨਜ਼ਰਾਂ 'ਚ ਖੇਤੀ ਕਾਨੂੰਨ ਗਲਤ ਹਨ ਅਤੇ ਮੁੱਢੋਂ ਰੱਦ ਹੋਣੇ ਚਾਹੀਦੇ ਨੇ। ਬੀਬੀ ਜਗੀਰ ਕੌਰ ਮੁਤਾਬਕ ਕਿਸਾਨ ਕਾਨੂੰਨ ਰੱਦ ਕਰਵਾਉਣ ਲਈ ਪਿਛਲੇ 2 ਮਹੀਨਿਆਂ ਤੋਂ ਸੰਘਰਸ਼ ਕਰ ਰਹੇ ਨੇ ਅਤੇ ਸਰਕਾਰ ਨੂੰ ਛੇਤੀ ਉਹਨਾਂ ਨਾਲ ਗੱਲਬਾਤ ਕਰਕੇ ਮਸਲੇ ਦਾ ਹੱਲ ਕੱਢਣਾ ਚਾਹੀਦਾ ਹੈ। ਬਹੁਤ ਵੱਡੀ ਮੁਸੀਬਤ ਦਾ ਸਾਹਮਣਾ ਕਿਸਾਨ ਕਰ ਰਹੇ ਆ। ਅਸੀਂ ਸਾਰੇ ਜਿਹੜੇ ਕਿਸਾਨ ਹੈ ਉਹਨਾਂ ਨੂੰ ਅਸੀਂ ਅੰਨਦਾਤਾ ਕਹਿੰਦੇ ਆ, ਦੇਸ਼ ਦਾ ਅੰਨਦਾਤਾ। ਜੇ ਕਿਸਾਨ ਹੀ ਕਮਜ਼ੋਰ ਹੋ ਜੇ ਤੇ ਸਮਝੋ ਦੇਸ਼ ਦੀ ਜਿਹੜੀ ਹੈ ਭੁੱਖਮਰੀ ਵਾਲੀ ਹਾਲਤ ਜਿਹੜੀ ਉਹ ਬਣ ਸਕਦੀ ਹੈ। ਜਿੰਨੀਆਂ ਮਿਹਨਤਾਂ ਕਰਕੇ ਸੱਪਾਂ ਦੀਆਂ ਸਿਰੀਆਂ ਮਿੱਧ ਕੇ ਰਾਤ ਦੇ ਹਨੇਰਿਆਂ ਨੂੰ ਕੱਕਰਾਂ ਵਿੱਚ ਗਰਮੀ ਵਿੱਚ ਇਹ ਲੋਕਾਂ ਦਾ ਢਿੱਡ ਪਾਲਦਾ, ਤੇ ਅੱਜ ਜੇ ਉਹ ਸੜਕਾਂ ਤੇ ਬੈਠ ਕੇ ਆਪਣੀਆਂ ਲੋੜਾਂ ਵਾਸਤੇ ਆਪਣੀਆਂ ਮੰਗਾਂ ਵਾਸਤੇ ਦੁਹਾਈ ਦੇ ਰਿਹਾ, ਉਹ ਕੋਈ ਖਿਰਾਤ ਨਹੀਂ ਮੰਗ ਰਿਹਾ, ਉਹ ਆਪਣਾ ਹੱਕ ਮੰਗ ਰਿਹਾ ਕਿ ਅਸੀਂ ਮਾਲਕ ਬਣੇ ਰਹੀਏ, ਅਸੀਂ ਬੇਮਾਲਕ ਨਾ ਹੋ ਜਾਈਏ, ਸਾਡਾ ਕੋਈ ਨੁਕਸਾਨ ਨਾ ਹੋ ਜਾਏ। ਜੇ ਉਹਨੂੰ ਚਿੰਤਾ ਉਹ ਨਹੀਂ ਲੈਣਾ ਚਾਹੁੰਦੇ ਜੋ ਸਰਕਾਰ ਧੱਕੇ ਨਾਲ ਦਿੰਦੀ ਹੈ, ਤੇ ਮੇਰਾ ਖਿਆਲ ਹੈ ਕਿ ਸਾਨੂੰ ਮੰਨ ਲੈਣਾ ਚਾਹੀਦਾ। ਸਰਕਾਰ ਨੂੰ ਚਾਹੀਦਾ, ਮਾਨਯੋਗ ਪ੍ਰਧਾਨ ਮੰਤਰੀ ਜੀ ਨੂੰ, ਕਿ ਉਹਨਾਂ ਦੇ ਬੱਚੇ ਹੈ
ਉਹਨਾਂ ਨੂੰ ਗੱਲ 'ਚ ਲੈ ਕੇ ਪੁੱਛਣ ਵੀ ਕੀ ਤਕਲੀਫ ਕੀ ਹੈ। ਜੇ ਉਹਨਾਂ ਨੂੰ ਲੱਗਦਾ ਕਿ ਇਹ ਗਲਤ ਨੇ ਤੇ ਉਹ ਸਮਝਾਉਣ, ਜੇ ਉਹਨਾਂ ਨੂੰ ਲੱਗਦਾ ਕਿ ਇਹ ਸਹੀ ਗੱਲ ਕਹਿ ਰਹੇ ਆ ਤਾਂ ਉਹਨਾਂ ਨੂੰ ਮੰਨ ਲੈਣਾ ਚਾਹੀਦਾ। ਸੋ ਇਹਦੇ ਵਾਸਤੇ ਜੋ ਤਕਲੀਫ ਆ ਰਹੀ ਹੈ, ਸਾਡੀਆਂ ਮਾਵਾਂ, ਸਾਡੇ ਭਰਾ, ਸਾਡੇ ਬਜ਼ੁਰਗ, ਸਾਡੇ ਬੱਚੇ, ਛੋਟੀਆਂ ਛੋਟੀਆਂ ਲੜਕੀਆਂ, ਨੌਜਵਾਨ ਲੜਕੀਆਂ ਉੱਥੇ ਬੈਠੀਆਂ ਹੋਈਆਂ। ਇਹ ਸਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਝਾਤ ਮਾਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਤੇ। ਕਿਸਾਨਾਂ ਦੀ ਤਾਕਤ ਦਾ ਗਲਤ ਅੰਦਾਜ਼ਾ ਲਗਾ ਕੇ ਬੁਰੀ ਫਸੀ ਮੋਦੀ ਸਰਕਾਰ, ਕਿਸਾਨਾਂ ਦਾ ਦਿੱਲੀ ਨੂੰ ਚਾਰੇ ਪਾਸਿਓਂ ਘੇਰਾ ਜਾਰੀ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਵਿਚਾਲੇ ਹੋਈ ਸਵਾ ਘੰਟਾ ਮੀਟਿੰਗ। ਕਿਸਾਨਾਂ ਨੇ ਠੁਕਰਾਇਆ ਕੇਂਦਰ ਸਰਕਾਰ ਦਾ ਇੱਕ ਹੋਰ ਸੱਦਾ, ਕਿਸਾਨ ਆਗੂ ਬੁਰਜ ਗਿੱਲ ਨੇ ਕੀਤਾ ਅਮਿਤ ਸ਼ਾਹ ਵੱਲੋਂ ਬਿਨਾਂ ਸ਼ਰਤ ਗੱਲਬਾਤ ਲਈ ਸੱਦਾ ਮਿਲਣ ਦਾ ਦਾਅਵਾ। ਕਿਸਾਨ ਜਥੇਬੰਦੀਆਂ ਨੇ ਕਿਹਾ ਲਿਖਤੀ ਸੱਦਾ ਮਿਲਣ ਤੋਂ ਬਾਅਦ ਹੀ ਹੋਵੇਗੀ ਗੱਲਬਾਤ। ਕਿਸਾਨਾਂ ਨੂੰ ਮਿਲਿਆ ਹਰਿਆਣਾ ਦੀਆਂ ਖਾਪ ਪੰਚਾਇਤਾਂ ਦਾ ਸਾਥ। 30 ਖਾਪ ਪੰਚਾਇਤਾਂ ਨੇ 2 ਦਿਨਾਂ 'ਚ 2 ਲੱਖ ਲੋਕ ਦਿੱਲੀ ਸਰਹੱਦ ਤੇ ਇਕੱਠੇ ਕਰਨ ਦਾ ਦਿੱਤਾ ਭਰੋਸਾ। ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਦਾਅਵਿਆਂ ਦੀ ਨਿਕਲੀ ਫੂਕ। ਕੰਗਣਾ ਰਣੌਤ ਨੂੰ ਫਿਰ ਮਹਿੰਗੀ ਪਈ ਕਿਸਾਨਾਂ ਵਿਰੁੱਧ ਬਿਆਨਬਾਜ਼ੀ। ਸਿੰਘੂ ਸਰਹੱਦ ਤੇ ਕਿਸਾਨਾਂ ਨੇ ਫੂਕਿਆ ਕੰਗਣਾ ਦਾ ਪੁਤਲਾ। ਪੰਜਾਬੀ ਗਾਇਕ ਕਮਰ ਗਰੇਵਾਲ ਨੇ ਵੀ ਦਿੱਤੀ ਕੰਗਣਾ ਨੂੰ ਨਸੀਹਤ। ਅਤੇ ਬੜੀ ਹੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ 551ਵਾਂ ਪ੍ਰਕਾਸ਼ ਪੁਰਬ। ਕੈਪਟਨ ਅਮਰਿੰਦਰ ਸਿੰਘ ਗੁਰਦੁਆਰਾ ਬੇੜ ਸਾਹਿਬ ਵਿਖੇ ਹੋਏ ਨਤਮਸਤਕ। ਸ੍ਰੀ ਹਰਮੰਦਰ ਸਾਹਿਬ ਵਿਖੇ ਸਜਾਏ ਗਏ ਪਵਿੱਤਰ ਜਲੌ। ਇਸ ਦੇ ਨਾਲ ਹੀ ਮੈਨੂੰ ਯਾਨੀ ਮਨਪ੍ਰੀਤ ਕਾਲੂ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਟੀਵੀ ਪੰਜਾਬ।